ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਲਾ ਤੀਜਾ। ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ। ਕਰ ਕਿਰਪਾ ਮੇ ਲਾਇਨ, ਹਰ ਨਾਮ ਵਸਿਆ ਮਨ ਆਏ। ਪੋਤੈ ਜਿਨ ਕੈ ਪੁਨ ਹੈ, ਸਤ ਸੰਗਤ ਮੇ ਲਾਏ। ਭਾਈ ਰੇ ਗੁਰਮਤਿ ਸਚ ਰਹਾਓ, ਸਾਚੋ ਸਚ ਕਮਾਵਨਾ। ਸਾਚੈ ਸ਼ਬਦ ਮਿਲਾਓ ਰਹਾਓ, ਸਾਚੋ ਸਚ ਕਮਾਵਨਾ। ਸਾਚੈ ਸ਼ਬਦ ਮਿਲਾਓ ਰਹਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਲਾ ਤੀਜਾ। ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਗੁਰਮੁਖ ਨੂੰ ਚੌਥੀ ਅਵਸਥਾ ਵਿੱਚ ਰਹਿਣ ਦਾ ਹੁਕਮ ਦਿੰਦੇ ਹਨ, ਬਖਸ਼ਿਸ਼ ਕਰਦੇ ਹਨ ਕਿ ਸਿੱਖਾਂ ਹਮੇਸ਼ਾ ਉਸ ਚੌਥੇ ਪੁਆਇੰਟ ਤੇ ਜਾਣਾ ਕਰ। ਤੇ ਇਹ ਸਭ ਕੁਝ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ ਤੇ ਮਨੁੱਖ ਤੇ ਵੀ ਡਿਪੈਂਡ ਕਰਦਾ ਹੈ, ਆਪਣੀ ਸੋਚ ਤੇ। ਜਦੋਂ ਇਹ ਮਨੁੱਖ ਆਪਣੀ ਸੋਚ ਨੂੰ ਬਦਲ ਕਰਕੇ ਗੁਰਮਤਿ ਅਨੁਸਾਰ ਚਲਾਉਂਦਾ ਤਾਂ ਇਹ ਚੌਥੀ ਅਵਸਥਾ ਵਿੱਚ ਜਾ ਸਕਦਾ ਹੈ। ਜਿਵੇਂ ਕੋਈ ਬੱਚਾ ਅਧਿਆਪਕ ਕੋਲ ਪੜ੍ਹਦਾ ਹੋਇਆ ਉਸ ਦੀ ਗੱਲ ਮੰਨਦਾ ਹੈ ਤਾਂ ਉਹ ਜ਼ਰੂਰ ਅਗਲੀਆਂ ਕਲਾਸਾਂ ਵਿੱਚ ਜਾਂਦਾ ਹੈ, ਚੜ੍ਹਦਾ ਹੈ, ਅਗਲੀਆਂ ਕਲਾਸਾਂ ਵਿੱਚ ਪਾਸ ਹੁੰਦਾ ਹੈ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਗੁਰਮੁਖਾ ਚੌਥੇ ਪਦ ਵਿੱਚ ਜਾ। ਤਿੰਨਾਂ ਗੁਣਾਂ ਵਿੱਚ ਸੰਸਾਰ ਹੈ, ਮੋਹ ਮਾਇਆ ਮਮਤਾ ਕਾਮ ਕ੍ਰੋਧ ਆਦਿ ਹਨ, ਪਰ ਚੌਥੇ ਅਵਸਥਾ ਵਿੱਚ ਪਰਮੇਸ਼ਰ ਦਾ ਨਾਮ ਹੈ, ਪਰਮੇਸ਼ਰ ਦੀ ਪ੍ਰਾਪਤੀ ਹੈ। ਤਾਂ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਦਾ ਇੱਕ ਬਚਨ ਹੈ, ਨਾਨਕ ਸੇ ਅਖੜੀਆਂ ਬਿਆਨ ਜਿਨੀ ਦਸੰਦੋ ਮਾਂ ਪੀਰੀ। ਉਹ ਅੱਖਾਂ ਹੋਰ ਹੈ ਜਿਨ੍ਹਾਂ ਦੇ ਨਾਲ ਮੇਰਾ ਮਾਲਕ ਦਿਖਾਈ ਦਿੰਦਾ ਹੈ, ਦਿਸਦਾ ਹੈ। ਤਾਂ ਫਿਰ ਹੋਰ ਉਹ ਕਿਹੜੀਆਂ ਅੱਖਾਂ ਕਿੱਥੋਂ ਲੈ ਕੇ ਆਉਣੀਆਂ? ਅਸਲ ਦੇ ਵਿੱਚ ਸਾਡੀਆਂ ਅੱਖਾਂ ਦੇ ਵਿੱਚ ਹੀ ਸਾਰਾ ਕੁਝ ਵਸਦਾ ਹੈ। ਸਾਡੀ ਅੱਖ ਦੇ 4 ਹਿੱਸੇ ਕਰ ਲਓ। ਪਹਿਲੇ 3 ਹਿੱਸੇ ਜਿਹੜੇ ਅੱਖ ਦੇ ਹਨ ਉਹ ਸਾਨੂੰ ਸੰਸਾਰ ਵਿਖਾਉਂਦੇ ਆ। ਜਦੋਂ ਸਾਡੀ ਅੱਖ ਕ੍ਰੋਧ ਵਿੱਚ ਹੁੰਦੀ ਹੈ, ਭਾਵ ਬੰਦੇ ਅੰਦਰ ਕ੍ਰੋਧ ਹੋਵੇ, ਹੰਕਾਰ ਹੋਵੇ, ਤਾਂ ਸਾਡੀ ਅੱਖ ਦੇ ਖੁੱਲ੍ਹਣ ਦਾ ਢੰਗ ਹੋਰ ਹੁੰਦਾ ਹੈ, ਦੇਖਣ ਦਾ ਢੰਗ ਹੋਰ ਹੁੰਦਾ ਹੈ। ਆਪਣੇ ਜੀਵਨ 'ਚ ਫੀਲ ਕਰਕੇ ਦੇਖੋ, ਜਦ ਕਦੇ ਗੁੱਸਾ ਆਇਆ ਤੇ ਸਾਡੀ ਅੱਖ ਦਾ ਰੂਪ ਹੈ ਜਿਹੜਾ ਉਹ ਹੋਰ ਹੁੰਦਾ ਹੈ, ਤੇ ਜਦ ਬੱਚਿਆਂ ਦਾ ਪਿਆਰ ਜਾਗਿਆ, ਮੋਹ ਜਾਗਿਆ, ਉਦੋਂ ਵੇਖਣ ਦਾ ਢੰਗ ਹੋਰ ਹੁੰਦਾ ਹੈ। ਜਦੋਂ ਕਾਮ ਵਾਸ਼ਨਾ ਜਾਗੀ ਤੇ ਉਦੋਂ ਇਹਦੇ ਵੇਖਣ ਦਾ ਢੰਗ ਹੋਰ ਹੁੰਦਾ ਹੈ। ਤੇ ਜਦੋਂ ਗੁਰੂ ਚਰਨਾਂ ਵਿੱਚ ਬੈਠ ਕੇ ਸਿਮਰਨ ਕਰਦਾ ਉਦੋਂ ਵੇਖਣ ਦਾ ਢੰਗ ਹੋਰ ਹੁੰਦਾ ਹੈ। ਸਾਡੀ ਅੱਖ ਬਦਲਦੀ ਹੈ। ਮਨ ਛਿਣਕ ਛਿਣਕ ਵਿੱਚ ਹੋਰ, ਕਿਉਂਕਿ ਅੱਖ ਵਿੱਚ ਮਨ ਹੈ, ਮਨ ਬਦਲਦਾ ਤੇ ਅੱਖ ਵੀ ਬਦਲਦੀ ਹੈ। ਮਨ ਕੇ ਮਤੇ ਨਾ ਚਾਲੀਏ, ਮਨ ਛਿਣਕ ਛਿਣਕ ਵਿੱਚ ਹੋਰ।
फिर इस मन दियां बागडोरा क्यों ना गुरु के हथ फड़ा दईए तां ते इह गुरमत अनुसार चले। हुण तुसीं इसे अख दे 4 हिस्से कर लो। ऐदां 4 हिस्से करके जदों असीं उतले 3 हिस्से देखांगे तो जदों पूरी अख खुलदी है उदों तुसीं फील करियो तुहाडे अंदर कोई क्रोध, कोई हंकार, कोई गुस्सा होवेगा। ते जदों ये नॉर्मल हुंदी है तो मनुख अंदरों नॉर्मल हुंदा है। जदों मनुख दे अंदर लोभ, लालच, मोह, ममता या काम हुंदा है उदों अख अद्धी बंद हो जाती है, अद्धी खुलदी है। ते जदों गुरु प्यारिओ ये सिमरन भजन करदा उदों यह 3 हिस्से बंद हुंदी है, चौथे हिस्से ते खुलदी है। बस इहो ही ढंग सी इस अख नूं असीं चौथे हिस्से ते रखना। मानो मन नूं असीं अख दे विचों किन्ना कुन कढना है, जिन्ना को बस अपने मूहरे 1 फुट दिखाई देवे, उदों अगे नहीं देखना ते उदों पिछे भी नहीं जाना। सौ भी ना जाइए, अख बंद भी नहीं कर लेनी ते अख पूरी खोल के भी ध्यान जिहड़ा अंदर नहीं जाता। इस करके अंदर जाण वास्ते इस अख नूं 3 हिस्से बंद करना पैंदा। इन्हां 3 हिस्सिਆਂ ਵਿੱਚ ਸਾਡੇ अंदर 3 गुण ਵਰਤਦੇ ਹਨ, रजो, तमो, सतो। कदे असीं तमां 'ਚ ਹੁੰਦੇ ਆ, भाव आ भी साडा हो जे, आ भी मैं लेना, आ भी मैं लेना। ते कदे गुरु प्यारिओ असी उस वेले हंकार च हुंदे आ तां गुरु प्यारिओ जदों बंदा मोह ते काम वासना विच हुंदा है उस वेले इहदी अख जिहड़ी है 2 हिस्से खुलदी है। जिस तरह बगले का सुभाव है, ਉਹਦੇ अंदर लोभ है, लालच है, मच्छियां नूं फड़ के खाण दा। ते ਉਹ बगला जिहड़ा है अपनी अद्धी अख बंद करके ते अद्धी को नाल देखदा रहिंदा ते मच्छियां सोचदियां शायद बड़ा चंगा पंछी है, कोई बेफिक्र हो रहे दुआले होके घूमण लग जांदियां ते फिर जदों कोई नेड़े आ जांदी आ ते ਉਹਨੂੰ ਜਿਹੜਾ है खा जांदा फड़ के। इसे तरह ही ये मनुख जदों लोभ, लालच, मोह, ममता च हुंदा है, काम वासना च हुंदा है, उदों बड़े पखंड जे करदा है। ते जदों इसदा दा लगे ते दाल आ जांदा है। इसे करके साडी अख दे वेखण दा ढंग होर है। रजो, तमो, सतो, इन्हां 3 गुणां ਵਿੱਚ ਜਦੋਂ ਬੰਦਾ ਵਿਚਰਦਾ ਉਦੋਂ ਅੱਖ ਨੂੰ ਖੋਲ੍ਹਣ ਦਾ, ਵੇਖਣ ਦਾ ਢੰਗ ਹੋਰ ਹੈ। ਜਦੋਂ ਚੌਥੇ ਹਿੱਸੇ ਵਿੱਚ ਦੇਖਦਾ ਹੈ ਤਾਂ ਚੌਥੇ ਹਿੱਸੇ ਵਿੱਚ ਸਾਡੀ ਅੱਖ ਦੇ ਵਿੱਚੋਂ ਜੋਤ ਨਿਕਲ ਕੇ ਸਿੱਧੀ ਸਵਾਸਾਂ ਤੇ ਪੈਂਦੀ ਹੈ ਤੇ ਸਵਾਸਾਂ ਦੇ ਵਿੱਚ ਗੁਰੂ ਹੈ। ਜਿਹੜਾ ਸ਼ਬਦ ਹੈ ਨਾ ਵਾਹਿਗੁਰੂ, ਉਹ ਤੁਹਾਡੇ ਸਵਾਸਾਂ 'ਚ ਰਮਿਆ ਹੋਇਆ ਹੈ। ਤੁਸੀਂ ਆਪਣੇ ਮਨ ਦੀ ਬਾਂਹ ਜਿਹੜੀ ਹੈ ਸਵਾਸਾਂ ਨੂੰ ਗੁਰੂ ਨੂੰ ਫੜਾ ਦਿਓ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜਦੋਂ ਅਸੀਂ ਇੱਥੇ ਵੇਖਦੇ ਹੋਏ ਚੌਥਾ ਹਿੱਸਾ ਖੋਲ ਕੇ ਆਪਣੇ ਹੀ ਸਵਾਸਾਂ ਤੇ ਵੇਖਦੇ ਹੋਏ ਜਪਾਂਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਇੱਥੇ ਵੇਖਦਿਆਂ ਇਸ ਦੀ ਉਹ ਅਵਸਥਾ ਬਣਦੀ ਹੌਲੀ ਹੌਲੀ ਆ, ਮਿਹਨਤ ਕਰਨੀ ਪੈਂਦੀ ਆ। ਇਹਨੂੰ ਅਸੀਂ ਮਿਰਗ ਸੌਣੀ ਵੀ ਕਹਿ ਸਕਦੇ ਹਾਂ। ਕਈ ਬੱਚੇ ਮਿਰਗ ਸੌਣੀ ਵੀ ਸੌਂਦੇ ਆ ਨਾ, ਉਦੋਂ ਉਹਨਾਂ ਦੀ ਅੱਖ ਚੌਥਾ ਹਿੱਸਾ ਖੁੱਲ੍ਹੀ ਰਹਿੰਦੀ ਆ। ਤੇ ਮਿਰਗ ਦਾ ਵੀ ਸੁਭਾਅ ਹੈ, ਜਦੋਂ ਘੰਡੇ ਹੇੜੇ ਦੀ ਆਵਾਜ਼ ਸੁਣਦਾ ਹੈ ਉਹ ਇਸੇ ਅਵਸਥਾ ਵਿੱਚ ਜਾ ਕੇ ਖੜ ਜਾਂਦਾ ਹੈ ਔਰ ਧਿਆਨ ਉਸ ਦਾ ਜੁੜ ਜਾਂਦਾ ਹੈ ਅਤੇ ਉਹ ਮਸਤ ਹੋ ਜਾਂਦਾ ਹੈ, ਭੁੱਲ ਜਾਂਦਾ ਹੈ ਕਿ ਮੇਰੇ ਮਗਰ ਸ਼ਿਕਾਰੀ ਵੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਮਨੁੱਖ ਨੂੰ ਚੌਥੀ ਅਵਸਥਾ ਵਿੱਚ ਜਾਣ ਦੀ ਲੋੜ ਹੈ। ਜਦੋਂ ਕੰਮਕਾਰ ਕਰਾਂਗੇ ਅਸੀਂ ਤਾਂ ਸਾਡੀ ਅੱਖ ਪੂਰੀ ਖੁੱਲੂਗੀ। ਜਦੋਂ ਸਿਮਰਨ ਵਿੱਚ ਬੈਠਾਂਗੇ ਤੇ ਉਦੋਂ ਇਹ ਚੌਥਾ ਹਿੱਸਾ ਖੋਲ੍ਹਣੀ ਹੈ, ਇਹਦੋਂ ਵੱਧ ਨਹੀਂ ਖੋਲ੍ਹਣੀ, ਇਹਦੋਂ ਘੱਟ ਨਹੀਂ ਖੋਲ੍ਹਣੀ। ਤਾਂ ਫਿਰ ਤਿੰਨਾਂ ਗੁਣਾਂ ਤੋਂ ਅਸੀਂ ਅੱਗੇ ਲੰਘ ਕੇ ਚੌਥੀ ਅਵਸਥਾ ਵਿੱਚ ਪੈਰ ਧਰਦੇ ਹਾਂ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਿ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ। ਮਨ ਹਰੀ ਤੇਰੇ ਨਾਲ ਹੈ ਤਾਂ ਗੁਰੂ ਦੀ ਮੱਤ ਲੈ ਕੇ ਪਰਮੇਸ਼ਰ ਦਾ ਆਨੰਦ ਮਾਣਨਾ ਕਰ। ਪਰਮੇਸ਼ਰ ਤੇਰੇ ਨਾਲ ਹੈ ਹਮੇਸ਼ਾ, ਹਰੀ ਨਾਲ ਜੁੜਨਾ ਕਰ। ਆਪਣੇ ਮੂਲ ਨੂੰ, ਆਪਣੇ ਮੁੱਢ ਨੂੰ ਪਛਾਣਨਾ ਕਰ। ਮੂਲ ਹੁੰਦਾ ਜਿੱਥੋਂ ਕੋਈ ਪੈਦਾ ਹੋਇਆ। ਮੂਲ ਧਨ ਕਿਹੜਾ? ਜਿਹੜਾ ਕਿਸੇ ਨੂੰ ਦਿੱਤਾ ਸੀਗਾ ਤੇ ਵਿਆਜ ਜਿਹੜਾ ਉਸ ਤੇ ਲੱਗਿਆ। ਤਾਂ ਮੂਲ ਕੀ ਹੁੰਦਾ? ਆਰੰਭਤਾ, ਜਿੱਥੋਂ ਅਸੀਂ ਪੈਦਾ ਹੋਏ। ਤੇ ਅਸੀਂ ਕਿੱਥੋਂ ਪੈਦਾ ਹੋਏ? ਮੂਲ ਤੋਂ। ਸਭ ਤੋਂ ਪਹਿਲਾਂ ਅਸੀਂ ਕੀ ਸੀਗੇ? ਮਾਂ ਦੇ ਅੰਦਰ। ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਔਰ ਇਹਨਾਂ ਤੋਂ ਸ਼ੁਰੂਆਤ ਹੋਈ ਸਾਡੀ ਮਾਂ ਦੇ ਸਵਾਸ ਨਾਲ। ਮਾਂ ਦੇ ਲਏ ਹੋਏ ਸਵਾਸ ਚੋਂ ਅੱਧਾ ਸਵਾਸ ਸਾਨੂੰ ਮਿਲਣਾ ਸ਼ੁਰੂ ਹੋਇਆ। ਉਹਦੇ ਨਾਲ ਸਾਡਾ ਸਰੀਰ ਵਧਣਾ ਫੁੱਲਣਾ ਸ਼ੁਰੂ ਹੋਇਆ ਤੇ ਸਾਡੀ ਆਹ ਸਰੀਰ ਬਣ ਗਿਆ। ਤੇ ਜਿਹੜੀ ਮਾਂ ਕੀ ਰਕਤ ਤੇ ਪਿਤਾ ਬਿੰਦ ਹੈ, ਇਹ ਵੀ ਪਾਣੀ ਤੇ ਪਾਣੀ ਹਵਾ ਤੋਂ ਬਣਿਆ ਤੇ ਹਵਾ ਪਰਮੇਸ਼ਰ ਤੋਂ ਬਣੀ। ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਇਹ ਕਦੋਂ ਪੈਦਾ ਹੋਈ ਹਵਾ? ਜਦੋਂ ਉਹ ਕੋਇਆ, ਉਹ ਬੋਲਿਆ ਮੇਰੇ ਵਰਗੇ ਹੋਰ ਵੀ ਹੋਣ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਮੁਸਲਮਾਨ ਵੀ ਅੰਮਾ ਹਵਾ ਸ਼ਬਦ ਵਰਤਦੇ ਹੈ। ਤਾਂ ਮਾਨੋ ਸ਼ਬਦ ਦੀ ਮਾਂ ਹਵਾ ਹੈ, ਪਰਮੇਸ਼ਰ ਤੋਂ ਪੈਦਾ ਹੋਈ ਹਵਾ। ਤੇ ਹਵਾ ਚੋਂ ਪੈਦਾ ਹੋਇਆ ਸ਼ਬਦ ਤੇ ਬਚੀ ਹੋਈ ਹਵਾ ਦਾ ਬਣ ਗਿਆ ਪਾਣੀ। ਉਸ ਪਾਣੀ ਤੋਂ ਹੀ ਜੀਵ ਜੰਤੂ ਬਣਨੇ ਸ਼ੁਰੂ ਹੋਏ। ਉਸ ਪਾਣੀ ਤੋਂ ਹੀ ਆਪਾਂ ਬਣੇ। ਤੋਇਓ ਅੰਨ ਕਮਾਦ ਕਪਾਹਾ, ਤੋਇਓ ਤ੍ਰੈ ਭਵਨ ਗੰਨਾ। ਤੋਆ ਆਖੇ ਹਉ ਵਿਧਿ ਅੱਛਾ, ਤੋਏ ਬੌਧ ਵਿਕਾਰਾ। ਪਾਂਡੇ ਤੂੰ ਜਾਣੇ ਹੀ ਨਾਹੀ, ਕਿੱਥੋਂ ਮਾਸ ਉਪੰਨਾ। ਪਾਂਡਿਆ ਤੈਨੂੰ ਪਤਾ ਨਹੀਂ ਹੈ ਸਰੀਰ ਰੂਪੀ ਮਾਸ ਕਿੱਥੋਂ ਪੈਦਾ ਹੋਇਆ? ਪਾਣੀ ਤੋਂ। ਤੋਆ ਕਹਿੰਦੇ ਆ ਪਾਣੀ ਨੂੰ। ਪਾਣੀ ਤੋਂ ਅਨਾਜ ਬਣੇ, ਕਪਾਹ ਬਣੀ, ਗੰਨਾ ਬਣਿਆ, ਕੱਪੜੇ ਸਭ ਕੁਝ ਪਾਣੀ ਤੋਂ ਬਣਿਆ। ਇਸ ਕਰਕੇ ਪਾਣੀ ਹਵਾ ਤੋਂ ਬਣਿਆ ਤੇ ਸਾਡਾ ਮੂਲ ਹੈ ਹਵਾ। ਤੇ ਫਿਰ ਪਛਾਣਨਾ ਕੀ ਆ ਮੂਲ ਨੂੰ? ਤੇ ਮੂਲ ਤੁਹਾਡੇ ਸਾਹਮਣੇ ਸਵਾਸ ਹੈ। ਅਸੀਂ ਕੁਝ ਹੋਰ ਹੀ ਪਛਾਣਦੇ ਫਿਰਦੇ ਹਾਂ। ਕੋਈ ਸਤਨਾਮ ਸੀ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਹਰਿ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖਾ, ਸ਼੍ਰੀ ਰਾਗ ਮਹੱਲਾ ਤੀਜਾ, ਤ੍ਰੈ ਗੁਣ ਮਾਇਆ ਮੋਹ ਹੈ। ਤਿੰਨਾਂ ਗੁਣਾਂ ਵਿੱਚ ਮਾਇਆ ਵਰਤਦੀ ਹੈ। ਗੁਰਮੁਖ ਚੌਥਾ ਪਦ ਪਾਏ, ਗੁਰਮੁਖ ਚੌਥੇ ਪਦ ਵਿੱਚ ਰਹਿੰਦੇ ਨੇ। ਰਜ ਤਮ ਸਤ ਕਲ, ਇਹ ਚਾਰ ਗੁਣ ਹੋ ਗਏ। ਰਜ ਤਮ ਸਤ ਕਲ। ਰਜ ਤਮ ਸਤ ਕਲ ਤੇਰੀ ਛਾਇਆ, ਇਹ ਪਰਮੇਸ਼ਰ ਦਾ ਪਰਛਾਵਾਂ ਹੈ। ਮਾਇਆ ਪਰਮੇਸ਼ਰ ਤੋਂ ਬਣੀ ਹੈ, ਮਾਇਆ ਪਰਮੇਸ਼ਰ ਦਾ ਪਰਛਾਵਾਂ ਹੈ। ਤੇ ਕਲ ਹੈ ਚੌਥਾ ਗੁਣ,
ਇਹਦੇ ਵਿੱਚ ਉਹ ਆ ਵਸਦਾ ਹੈ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਕਲਾ ਜਿਤ ਕਰ ਧਾਰੀ ਆ। ਉਹ ਕਲ ਵਾਲਾ ਗੁਣ, ਚੌਥਾ ਗੁਣ ਜਿਨ੍ਹਾਂ ਨੇ ਧਾਰਨ ਕਰ ਲਿਆ, ਉੱਥੇ ਅਨਹਦ ਬਾਜੇ ਵੀ ਵੱਜਦੇ ਆ। ਇਸ ਕਰਕੇ ਕਲ ਹੈ ਚੌਥਾ ਗੁਣ, ਤੇ ਕਲ ਹੈ ਜੁਗਤ ਪਰਮੇਸ਼ਰ ਨੂੰ ਜਪਣ ਦੀ। ਉਹ ਕਲ ਹੈ ਤੁਹਾਡਾ ਸੁਵਾਸ। ਮੇਰੇ ਪ੍ਰੀਤਮ ਜੀ ਕਹਿੰਦੇ, ਜਿਨ੍ਹਾਂ ਨੇ ਆਪਣੇ ਨਿਜ ਸਰੂਪ ਨਾਲ ਜੁੜਨਾ ਕੀਤਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਤਿੰਨਾਂ ਗੁਣਾਂ ਵਿੱਚ ਮੋਹ ਮਾਇਆ ਮਮਤਾ ਦਾ ਵਾਸਾ ਹੈ, ਚੌਥੇ ਗੁਣ ਵਿੱਚ ਪਰਮੇਸ਼ਰ ਦਾ ਵਾਸਾ ਹੈ। ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮਿਲਾਏ, ਅਨ ਹਰ ਨਾਮ ਵਸਿਆ ਮਨਿਆਏ। ਇਸ ਗੱਲ ਦੀ ਸਮਝ ਆਪਣੇ ਆਪ ਨੂੰ ਨਹੀਂ ਆਉਂਦੀ, ਆਮ ਜਨਤਾ ਨੂੰ ਨਹੀਂ ਪਤਾ। ਇਹ ਗੱਲ ਗੁਰੂ ਨਾਨਕ ਨੇ ਦੱਸਣੀ ਸ਼ੁਰੂ ਕੀਤੀ। ਫਿਰ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਦੁਨੀਆ ਵਿੱਚ ਆਏ ਤੇ ਸੰਸਾਰ ਨੂੰ ਦੱਸਿਆ ਕਿ ਅਸਲ ਵਿੱਚ ਗੁਰੂ ਕੌਣ ਹੈ। ਗੁਰੂ ਸ਼ਬਦ ਹੈ। ਜੇ ਸ਼ਬਦ ਗੁਰੂ ਨੂੰ ਅਸੀਂ ਮੱਥਾ ਟੇਕਦੇ ਹਾਂ, ਰੋਜ਼ਾਨਾ ਨਮਸਕਾਰ ਕਰਦੇ ਹਾਂ, ਇਹ ਗੁਰੂ ਕਿਸੇ ਵੇਲੇ ਗੁਪਤ ਸੀਗਾ। ਤੇ ਪਾਤਸ਼ਾਹ ਜੀ ਕਹਿੰਦੇ, ਗੁਪਤੀ ਬਾਣੀ ਪ੍ਰਗਟ ਹੋਏ। ਇਹ ਗੁਪਤ ਬਾਣੀ ਜਿਹੜੀ ਵਰਤਦੀ ਸੀ, ਉਹਦਾ ਭਗਤ ਕਬੀਰ ਸਾਹਿਬ ਹੋਰਾਂ ਵੇਲੇ ਵੀ ਸੀ ਇਹ, ਪਰ ਉਦੋਂ ਇਹ ਲਿਖਤ ਵਿੱਚ ਨਹੀਂ ਸੀ, ਗੁਰੂ ਰੂਪ ਦੇ ਵਿੱਚ ਨਹੀਂ ਸੀ, ਗੁਪਤ ਸੀ। ਤੇ ਗੁਰੂ ਸਾਹਿਬ ਨੇ ਇਹਨੂੰ ਫਿਰ ਗੁਰਪਦਵੀ ਦਿੱਤੀ ਔਰ ਪ੍ਰਗਟ ਕੀਤਾ। ਫਿਰ ਪਤਾ ਲੱਗਿਆ ਵੀ ਸ਼ਬਦ ਗੁਰੂ ਹੈ। ਅਸਲ ਵਿੱਚ ਸ਼ਬਦ ਪਰਮੇਸ਼ਰ ਤੋਂ ਦੂਜੇ ਥਾਂ ਤੇ ਹੈ, ਅਸੀਂ ਤੀਜੇ ਚੌਥੇ ਥਾਂ ਤੇ ਹਾਂ। ਪਰਮੇਸ਼ਰ ਤੋਂ ਹਵਾ ਬਣੀ, ਪਰਮੇਸ਼ਰ ਤੋਂ ਸ਼ਬਦ ਉਪਜਿਆ, ਔਰ ਹਵਾ ਤੋਂ ਪਾਣੀ ਬਣਿਆ, ਤੇ ਪਾਣੀ ਤੋਂ ਆਪਾਂ ਬਣੇ ਸਾਰੇ। ਜਿਹੜਾ ਸਾਥੋਂ ਪਹਿਲਾਂ ਜੰਮਿਆ ਉਹ ਸਾਥੋਂ ਵੱਡਾ ਹੈ, ਉਹ ਸ਼ਬਦ ਹੈ। ਤਾਂ ਤੇ ਸ਼ਬਦ ਗੁਰੂ ਹੈ। ਮੇਰੇ ਪ੍ਰੀਤਮ ਜੀ ਕਹਿੰਦੇ, ਸਿੱਖਾ ਆ ਤੈਨੂੰ ਮੈਂ ਦੱਸਾਂ ਉਹਦੇ ਨਾਲ ਕਿਵੇਂ ਜੁੜਨਾ। ਕਰ ਕਿਰਪਾ ਮਿਲਾਏ, ਅਨ ਹਰ ਨਾਮ ਵਸਿਆ ਮਨਿਆਏ। ਪੋਤਾ ਜਿਨ ਕੈ ਪੁੰਨ ਹੈ। ਪੋਤਾ ਦਾ ਮਤਲਬ ਹੈ ਖਜ਼ਾਨਾ। ਪੋਤ ਦੇ ਬਹੁਤ ਅਰਥ ਨਿਕਲਣਗੇ। ਪੱਪੇ ਹੋੜਾ ਤੱਤੇ ਕੰਨਾ ਪੋਤਾ, ਭਾਵ ਪੋਤਰਾ, ਬੱਚੇ ਦਾ ਬੱਚਾ। ਪੱਪੇ ਹੋੜਾ ਤੱਤੇ ਦਲਾਈਆਂ ਪੋਤਾ, ਇਹਦਾ ਅਰਥ ਹੈ ਪੋਟਲੀ, ਖਜ਼ਾਨਾ। ਜਿਨ੍ਹਾਂ ਦੇ ਕਰਮਾਂ ਦੇ ਖਜ਼ਾਨੇ ਵਿੱਚ, ਭਗਤਾਂ ਦੇ ਖਜ਼ਾਨੇ ਵਿੱਚ, ਭਾਗਾਂ ਦੇ ਖਜ਼ਾਨੇ ਵਿੱਚ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਹੈ, ਪੁੰਨ ਹੈ, ਭਾਵ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਆ। ਹੁਣ ਪੁੰਨ ਸ਼ਬਦ ਦਾ ਐਸਾ ਅਰਥ ਕੀਤਾ ਸੰਸਾਰ ਨੇ, ਕੰਮ ਤਾਂ ਚੰਗੇ ਕਰਨੇ ਨਹੀਂ, ਪਰ ਮਾਘੀ ਮੱਸਿਆ ਤੇ ਲੰਗਰ ਚਲਾਉਣੇ ਆ, ਹੋਰ ਦਾਨ ਪੁੰਨ ਕਰਨਾ। ਬਾਹਮਣ ਇਸ ਪ੍ਰਵਿਰਤੀ ਵਿੱਚ ਵਰਤੇ ਹੋਏ ਸੀ, ਤੇ ਉਹਨਾਂ ਨੇ ਸੰਸਾਰ ਵਿੱਚ ਵੀ ਇਹ ਪ੍ਰਵਿਰਤੀ ਪਾ ਦਿੱਤੀ, ਦਾਨ ਪੁੰਨ ਕਰੋ। ਅਨੇਕਾਂ ਤਰ੍ਹਾਂ ਦੇ ਉਹ ਦਾਨ ਪੁੰਨ ਕਰਾਉਂਦੇ ਆ, ਪਰ ਪਰਮੇਸ਼ਰ ਨਾਲ ਜੁੜਨ ਦਾ ਢੰਗ ਨਾ ਦੱਸਿਆ। ਇਹ ਗੁਰੂ ਨਾਨਕ ਜੀ ਨੇ ਕਿਰਪਾ ਕੀਤੀ। ਮੇਰੇ ਪ੍ਰੀਤਮ ਜੀ ਕਹਿੰਦੇ, ਪੋਤਾ ਜਿਨ ਕੈ ਪੁੰਨ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਹੈ। ਚੰਗੇ ਕਰਮ ਕਰਦਾ ਕਰਦਾ ਬੰਦਾ ਸਤਸੰਗ ਵਿੱਚ ਪਹੁੰਚਦਾ ਹੈ। ਤਿੰਨ ਸਤ ਸੰਗਤ ਮਿਲਾਏ, ਗੁਰੂ ਕਿਰਪਾ ਕਰਦਾ ਉਹਦੇ ਚੰਗੇ ਗੁਣਾਂ ਨੂੰ ਦੇਖ ਕੇ। ਇੱਕ ਦਿਨ ਪਰਮੇਸ਼ਰ ਕਿਰਪਾ ਕਰਕੇ ਉਹਨੂੰ ਗੁਰੂ ਦੀ ਸੰਗਤ ਵਿੱਚ ਲੈ ਜਾਂਦਾ। ਜਿਵੇਂ ਬਚਨ ਹੈ ਪਾਤਸ਼ਾਹ ਜੀ ਦਾ, ਬਈ ਪੋਤਾ ਜਿਨ ਕੈ ਪੁੰਨ ਹੈ, ਪੂਰਬ ਕਰਮ ਅੰਕੁਰ ਜਾਂ ਪ੍ਰਗਟੇ। ਜਦੋਂ ਮਨੁੱਖ ਦੇ ਹਿਰਦੇ ਦੇ ਵਿੱਚ ਚੰਗੇ ਕਰਮਾਂ ਨੇ ਉਗਰ ਨਾ ਕੀਤਾ, ਭਾਵ ਆਪਾਂ ਕਹਿੰਦੇ ਆ ਨਾ, ਕਈ ਵਾਰੀ ਕੋਈ ਐਕਸੀਡੈਂਟ ਹੁੰਦਾ ਕੁਦਰਤੀ ਬਚ ਜਾਵੇ, ਅਸੀਂ ਮਰਦੇ ਮਰਦੇ 1-2 ਮਿੰਟਾਂ ਦਾ ਫਰਕ ਪੈ ਜਾਵੇ, ਅਸੀਂ ਪਿੱਛੇ ਰਹਿ ਜਾਈਏ, ਐਨ ਕੋਲ ਦੀ ਗੱਡੀ ਲੰਘ ਜਾਵੇ, ਤਾਂ ਸਾਡੇ ਦਿਮਾਗ 'ਚੋਂ, ਸਾਡੇ ਮੁਖ 'ਚੋਂ ਨਿਕਲਦਾ ਮਰ ਗਏ ਸੀ। ਬਚ ਗਿਆ ਤਾਂ ਕੋਈ ਚੰਗਾ ਕਰਮ ਮੂਹਰੇ ਆ ਗਿਆ, ਕੋਈ ਸਤਨਾਮ ਸੀ।
ਇਸੇ ਤਰ੍ਹਾਂ ਹੀ ਜਦੋਂ ਪੂਰਬਲੇ ਚੰਗੇ ਕਰਮ ਮਨੁੱਖ ਦੇ ਸਾਹਮਣੇ ਆਉਂਦੇ ਐ, ਭੇਟਿਓ ਪੁਰਖ ਰਸਕ ਬੈਰਾਗੀ, ਜਿਨ੍ਹਾਂ ਦੇ ਪੂਰਬਲੇ ਕਰਮ ਸਾਹਮਣੇ ਆਉਂਦੇ ਆ ਉਹਨਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਹੁੰਦੀ ਹੈ। ਪ੍ਰੀਤਮ ਜੀ ਕਹਿੰਦੇ ਪੋਤੈ ਜਿਨ ਕੈ ਪੁੰਨ ਹੈ, ਤੇ ਪੋਤ ਸਮੁੰਦਰੀ ਬੇੜੇ ਨੂੰ ਵੀ ਕਹਿੰਦੇ ਆ। ਉਹਦੇ ਵਿੱਚ ਸਮਾਨ ਲੱਦ ਕੇ ਪਰਲੇ ਪਾਸੇ ਲਿਜਾਈਦਾ, ਦਰਿਆ ਦੇ ਵਿੱਚੋਂ ਪਾਰ ਕਰਕੇ, ਉਹਨੂੰ ਵੀ ਪੋਤ ਕਹਿੰਦੇ ਆ। ਪਰ ਇੱਥੇ ਪੋਤੇ ਦਾ ਅਰਥ ਹੈ ਤੁਹਾਡਾ ਹਿਰਦਾ, ਜਿਨ੍ਹਾਂ ਦੇ ਹਿਰਦੇ ਵਿੱਚ, ਜਿਨ੍ਹਾਂ ਦੇ ਦਿਮਾਗ ਵਿੱਚ ਹਰੀ ਦੇ ਨਾਮ ਦਾ ਵਾਸਾ ਹੈ, ਜਿਨ੍ਹਾਂ ਦੇ ਪੂਰਬਲੇ ਕਰਮ ਪ੍ਰਗਟ ਹੁੰਦੇ ਹਨ, ਤਾਂ ਉਹਨਾਂ ਨੂੰ ਫਿਰ ਗੁਰੂ ਵੀ ਮਿਲ ਜਾਂਦਾ ਹੈ। ਜਿਵੇਂ ਭਾਈ ਲਹਿਣਾ ਜੀ, ਜੋ ਗੁਰੂ ਪਿਆਰਿਓ ਬਚਪਨ ਤੋਂ ਹੀ ਧਾਰਮਿਕ ਸੁਭਾਅ ਦੇ ਸਨ, ਚੰਗੀ ਰੁਚੀ ਵਰਖਣ ਵਾਲੇ ਸਨ, ਪਰਮੇਸ਼ਰ ਦੇ ਪ੍ਰਤੀ ਸ਼ਰਧਾ ਸੀ, ਭਾਵਨਾ ਸੀ, ਆਸਥਾ ਸੀ। ਆਪਣੇ ਪਰਿਵਾਰ ਵਿੱਚੋਂ ਉਹਨਾਂ ਨੂੰ ਇਹ ਸੰਸਕਾਰ ਮਿਲੇ, ਤਾਂ ਉਹਨਾਂ ਸੰਸਕਾਰਾਂ ਦੇ ਮੁਤਾਬਕ ਇਹ ਗੁਰੂ ਪਿਆਰਿਓ ਦੇਵੀ ਦੇ ਚਾਲੇ ਜਾਣ ਲੱਗ ਪਏ, ਮੰਦਰ ਵੀ ਜਾਣ ਲੱਗ ਪਏ। ਜਦੋਂ ਫਿਰ ਚੰਗਾ ਕਰਮ ਵੱਡਾ ਸਾਹਮਣੇ ਆਇਆ, ਪੂਰਬ ਕਰਮ ਅੰਕਰ ਜਾਂ ਪ੍ਰਗਟਿਓ ਅੰਕਰ ਫੁੱਟਿਆ, ਤਾਂ ਇਹਨਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਲਣ ਦਾ ਕਾਰਨ ਬਣਿਆ। ਤੇ ਕਾਰਨ ਕੀ ਬਣਿਆ? ਕਹਿੰਦੇ ਇੱਕ ਦਿਨ ਇਹ ਖਡੂਰ ਸਾਹਿਬ ਬੈਠੇ ਸਨ, ਅੰਮ੍ਰਿਤ ਵੇਲੇ ਉੱਠੇ ਤੇ ਤੜਕੇ ਤੜਕੇ ਬਾਹਰ ਗਏ ਖੇਤਾਂ ਵੱਲ, ਜੰਗਲ ਪਾਣੀ। ਜਦ ਖੇਤਾਂ ਵਾਲੇ ਗਏ ਤੇ ਅੱਜ ਕੁਦਰਤ ਨੇ ਕਿਰਪਾ ਕੀਤੀ, ਤੜਕੇ ਅੰਮ੍ਰਿਤ ਵੇਲੇ ਜ਼ਿਮੀਂਦਾਰ ਵੀ ਖੇਤਾਂ ਵੱਲ ਗਿਆ ਹੋਇਆ ਸੀ ਪਾਣੀ ਲਾਉਣ ਵਾਸਤੇ। ਗਾਂਧੀ ਦੇ ਨਾਲ ਬਲਦ ਜੋੜ ਕੇ ਜਾਂ ਉੱਠ ਜੋੜ ਕੇ ਉਹ ਪਾਣੀ ਲਾ ਰਿਹਾ ਸੀ, ਔਰ ਗਾਂਧੀ ਤੇ ਬੈਠਾ ਹੋਇਆ ਪਸ਼ੂਆਂ ਨੂੰ ਹੱਕ ਵੀ ਰਿਹਾ ਸੀ, ਤੇ ਉੱਚੀ ਉੱਚੀ ਜਪਜੀ ਸਾਹਿਬ ਦਾ ਆਸਾ ਦੀ ਵਾਰ ਹੋਰ ਬਚਨ ਗਾ ਰਿਹਾ ਸੀ। ਤੇ ਅੱਜ ਭਾਈ ਲਹਿਣਾ ਜੀ ਦੇ ਉਹ ਪੂਰਬਲੇ ਭਾਗ ਜਾਗੇ, ਇਹਨਾਂ ਦੇ ਕੰਨ ਵਿੱਚ ਉਹ ਸਿੱਖ ਦੇ ਮੁਖ ਚੋਂ ਬਾਣੀ ਪਈ, ਔਰ ਸੁਣ ਕੇ ਜਦ ਧਿਆਨ ਨਾਲ ਸੁਣਿਆ ਬੜਾ ਆਨੰਦ ਆਇਆ, ਸਮਝ ਆਈ। ਵਿਹਲੇ ਹੋ ਕੇ ਉਹ ਸਿੱਖ ਦੇ ਕੋਲ ਆ ਗਏ, ਕਹਿੰਦੇ ਭਾਈ ਸਾਹਿਬ ਤੁਸੀਂ ਕੀ ਗਾ ਰਹੇ ਸੀ? ਕਹਿੰਦੇ ਮੈਂ ਤਾਂ ਗੁਰੂ ਨਾਨਕ ਦਾ ਸਿੱਖ ਹਾਂ, ਉਹਨਾਂ ਦੀ ਬਾਣੀ ਗਾਉਂਦਾ ਸੀ। ਕਹਿੰਦੇ ਮੈਨੂੰ ਫੇਰ ਸੁਣਾਓ ਇੱਕ ਵਾਰੀ। ਚਲੋ ਫੇਰ ਸੁਣਾਇਆ ਉਹਨਾਂ ਨੂੰ। ਤਾਂ ਜਦੋਂ ਪੂਰਬਲੇ ਭਾਗ ਜਾਗਦੇ ਆ, ਫਿਰ ਇਹੋ ਜਿਹੇ ਖਿਆਲ ਪੈਦਾ ਹੁੰਦੇ ਆ। ਕਹਿਣ ਲੱਗੇ ਇਹ ਕਿਹਨੇ ਰਚੀ ਆ, ਕਿਸ ਨੇ ਲਿਖੀ ਆ? ਉਹ ਸਿੱਖ ਕਹਿਣ ਲੱਗੇ ਆ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਉਹਨਾਂ ਨੇ ਰਚੀ ਹੈ। ਉਹ ਕਹਿਣ ਲੱਗੇ ਉਹ ਕਿੱਥੇ ਰਹਿੰਦੇ ਆ? ਕਹਿੰਦੇ ਉਹ ਕਰਤਾਰਪੁਰ ਰਹਿੰਦੇ ਆ। ਉਹਨਾਂ ਨੇ ਉੱਥੇ ਸਥਾਨ ਬਣਾਇਆ ਹੋਇਆ ਧਰਮਸ਼ਾਲਾ, ਉੱਥੇ ਸੰਗਤਾਂ ਨੂੰ ਤਾਰ ਰਹੇ ਨੇ। ਬਸ ਅੱਜ ਐਸੀ ਫਿਰ ਲਾਗ ਲੱਗੀ ਉਹ ਸਿੱਖ ਦੇ ਕੋਲੋਂ, ਪਾ ਲੱਗਿਆ ਬਾਣੀ ਦਾ। ਹੁਣ ਗੁਰੂ ਪਿਆਰਿਓ ਲਹਿਣਾ ਜੀ ਨੇ ਗੁਰੂ ਨਾਨਕ ਜੀ ਨੂੰ ਮਿਲਣ ਦਾ ਮਨ ਬਣਾ ਲਿਆ। ਤੇ ਜਦੋਂ ਅਗਲੀ ਵਾਰ ਸਾਲ ਬਾਅਦ ਇਹ ਜਾਂਦੇ ਆ ਨੈਣਾ ਦੇਵੀ ਦੇ ਚਾਲੇ, ਤੇ ਸਲਾਹ ਬਣਾਈ ਵੀ ਐਤਕੀ ਆਪਾਂ ਕਰਤਾਰਪੁਰ ਕੰਨੀ ਦੀ ਚੱਲਾਂਗੇ। ਖਡੂਰ ਸਾਹਿਬ ਆਪਣੇ ਵਾਲੇ ਪਾਸੇ ਆ, ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਹੱਦ ਤੇ ਆ। ਤਾਂ ਇਸ ਤਰ੍ਹਾਂ ਸਲਾਹ ਬਣਾਈ ਵੀ ਐਤਕੀ ਜਾਂਦੇ ਹੋਏ ਆਪਾਂ ਨਾ ਕਰਤਾਰਪੁਰ ਕੋਲ ਦੀ ਚੱਲਾਂਗੇ। ਅੰਮ੍ਰਿਤਸਰ ਤੋਂ ਨੇੜੇ ਹੀ ਆ ਕਰਤਾਰਪੁਰ ਸਾਹਿਬ, ਕੋਈ ਦੂਰ ਨਹੀਂ ਬਹੁਤਾ। ਮਿਲ ਕੇ ਚੱਲਾਂਗੇ ਇਹਨਾਂ ਮਹਾਂਪੁਰਸ਼ਾਂ ਨੂੰ ਜਿਨ੍ਹਾਂ ਨੇ ਬਾਣੀ ਰਚੀ ਹੈ, ਔਰ ਪੂਰਬਲੇ ਚੰਗੇ ਕਰਮਾਂ ਦਾ ਕਰਕਾ ਅੱਜ ਇਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਪ੍ਰਾਪਤੀ ਹੋਣ ਲੱਗੀ ਹੈ। ਪਿੰਡ ਵਿੱਚ ਬੜੇ ਤੇ ਉਧਰੋਂ ਸਤਿਗੁਰੂ ਨਾਨਕ ਦੇਵ ਜੀ ਆਪ ਵੀ ਇੱਧਰ ਨੂੰ ਬਾਹਰ ਨੂੰ ਆ ਰਹੇ ਆ। ਰਾਹ ਵਿੱਚ ਮੇਲ ਹੋਇਆ ਤੇ ਲਹਿਣਾ ਜੀ ਨੇ ਘੋੜੀ ਤੇ ਬੈਠੇ ਬੈਠੇ ਪੁੱਛ ਲਿਆ, ਮਹਾਰਾਜ ਇੱਥੇ ਕੋਈ ਗੁਰੂ ਨਾਨਕ ਦੇਵ ਜੀ ਰਹਿੰਦੇ ਆ? ਉੱਥੇ ਗੁਰੂ ਨਾਨਕ ਦੇਵ ਜੀ ਨੇ ਨਹੀਂ ਦੱਸਿਆ ਕਿ ਮੈਂ ਹੀ ਨਾਨਕ ਹਾਂ। ਕਹਿੰਦੇ ਹਾਂ ਭਾਈ ਰਹਿੰਦੇ ਤਾਂ ਹੈ, ਮੈਨੂੰ ਰਸਤਾ ਹੀ ਦੱਸ ਦਿਓ। ਕਹਿੰਦੇ ਆ ਜਾ।
ਮਿਲਾ ਦਿੰਦੇ ਆ। ਉਹਦੇ ਘੋੜੀ ਦੀਆਂ ਵਾਂਗਾਂ ਫੜ ਲਈਆਂ ਤੇ ਲੈ ਚੱਲੇ ਧਰਮਸ਼ਾਲਾ ਵੱਲ। ਤੇ ਧਰਮਸ਼ਾਲਾ 'ਚ ਐਂਟਰ ਕਰਕੇ ਕਹਿਣ ਲੱਗੇ, ਬੇਟੇ ਘੋੜੀ ਉੱਧਰ ਬੰਨ੍ਹਿਆ ਤੇ ਉਹ ਧਰਮਸ਼ਾਲਾ ਵਿੱਚ ਬੈਠੇ ਹੋਣਗੇ, ਜਾ ਕੇ ਮਿਲ ਲਾ। ਤੇ ਲਹਿਣਾ ਜੀ ਘੋੜੀ ਬੰਨ੍ਹਦੇ ਰਹੇ ਤੇ ਸਤਿਗੁਰੂ ਪਿਛਲੇ ਗੇਟ ਰਾਹੀਂ ਆ ਕੇ ਧਰਮਸ਼ਾਲਾ 'ਚ ਆਸਣ ਤੇ ਬੈਠ ਗਏ। ਜਦੋਂ ਲਹਿਣਾ ਜੀ ਨੇ ਜਾ ਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਕੀ ਵੇਖਦੇ ਨੇ, ਇਹ ਤਾਂ ਉਹੀ ਬਜ਼ੁਰਗ ਹੈ ਜਿਹੜੇ ਮੈਨੂੰ ਬਾਹਰੋਂ ਲੈ ਕੇ ਆਏ ਨੇ। ਔਠ ਠੰਬਰ ਗਏ, ਖੜੇ ਹੀ ਰਹੇ, ਮੱਥਾ ਟੇਕ ਕੇ ਬੈਠੇ ਹੀ ਨਾ। ਬਿਟ ਦੇਖਣ ਲੱਗੇ ਵੀ ਕਿੱਡੀ ਗਲਤੀ ਹੋਈ। ਆਸ਼ਕ ਕਹਿੰਦੇ, ਕੀ ਗੱਲ ਭਾਈ, ਤੂੰ ਬਹਿ ਜਾ। ਕਹਿੰਦੇ, ਪਹਿਲਾਂ ਐਂ ਦੱਸੋ ਵੀ ਤੁਸੀਂ ਨਾਨਕ ਹੋ? ਕਹਿੰਦੇ, ਕਿਉਂ ਮਹਾਰਾਜ, ਤੁਸੀਂ ਮੈਨੂੰ ਲੈ ਕੇ ਆਏ ਬਾਹਰੋਂ? ਕਹਿੰਦੇ, ਹਾਂ। ਫਿਰ ਤੁਸੀਂ ਮੈਨੂੰ ਉੱਥੇ ਕਿਉਂ ਨਹੀਂ ਦੱਸਿਆ? ਮੈਂ ਤੁਰ ਕੇ ਆ ਜਾਂਦਾ, ਤੁਸੀਂ ਘੋੜੀ 'ਤੇ ਬੈਠ ਕੇ ਆ ਜਾਂਦੇ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਕੋਈ ਨਹੀਂ ਭਾਈ, ਕੋਈ ਨਹੀਂ। ਤੇਰਾ ਨਾਂ ਕੀ ਹੈ, ਕਿੱਥੋਂ ਆਇਆ ਤੂੰ? ਕਹਿੰਦਾ, ਜੀ ਮੈਂ ਖਡੂਰ ਸਾਹਿਬ ਤੋਂ ਆਇਆ, ਨਾਮ ਮੇਰਾ ਲਹਿਣਾ ਹੈ। ਚੱਲ ਕੋਈ ਨਹੀਂ, ਜਿਨ੍ਹਾਂ ਨੇ ਲੈਣਾ ਉਹ ਚੜ੍ਹ ਕੇ ਹੀ ਆਉਂਦੇ ਆ। ਕੋ ਸਤਨਾਮ ਸ੍ਰੀ, ਤੂੰ ਲੈਣਾ ਤੇ ਅਸੀਂ ਦੇਣਾ ਹੈ। ਐਸੇ ਪਹਿਲੇ ਬਚਨ ਪਿਆਰ 'ਚ ਹੋਏ ਸਤਿਗੁਰਾਂ ਦੇ ਕਿ ਲਹਿਣਾ ਜੀ ਦਾ ਮਨ ਉੱਥੇ ਹੀ ਵੱਜ ਗਿਆ। ਕੋ ਸਤਨਾਮ ਸ੍ਰੀ। ਬਸ ਫਿਰ ਗੁਰੂ ਨਾਨਕ ਦੇਵ ਜੀ ਦੇ ਹੋ ਕੇ ਰਹਿ ਗਏ। ਫਿਰ ਬੈਠੇ ਬੈਠੇ ਸੋਚਣ ਲੱਗੇ ਵੀ ਜੇ ਕਿਤੇ ਗੁਰੂ ਨਾਨਕ ਜੀ ਮੈਨੂੰ ਹੁਣ ਘਰੇ ਜਾਣ ਦੀ ਆਗਿਆ ਦੇ ਦੇਣ ਇੱਕ ਵਾਰੀ, ਤੇ ਮੈਂ ਘਰੇ ਹੋ ਕੇ ਵਾਪਸ ਆ ਜਾਵਾਂ। ਤੇ ਗੁਰੂ ਨਾਨਕ ਦੇਵ ਜੀ ਵੀ ਥੋੜ੍ਹੇ ਚਿਰ ਬਾਅਦ ਕਹਿੰਦੇ, ਲੈਣਿਆ ਚੰਗਾ ਭਾਈ, ਤੂੰ ਘਰੇ ਜਾਇਆ ਇੱਕ ਵਾਰੀ, ਫਿਰ ਆ ਜੀ ਸਾਡੇ ਕੋਲ। ਸੋਚਿਆ ਵੀ ਇਹ ਤਾਂ ਅੰਤਰਜਾਮੀ ਵੀ ਆ। ਉੱਥੋਂ ਉੱਠ ਕੇ ਬਾਹਰ ਆਏ ਤੇ ਜਿਹੜੇ ਇਹਨਾਂ ਨਾਲ ਸੰਗੀ ਸੀ ਨੈਣਾ ਦੇਵੀ ਜਾਣ ਵਾਲੇ, ਇਹ ਉਹਨਾਂ ਦੇ ਮੁਖੀ ਸਨ। ਉਹਨਾਂ ਨੂੰ ਆ ਕੇ ਕਹਿੰਦੇ, ਭਾਈ ਤੁਸੀਂ ਜਾਓ ਜਿੱਥੇ ਜਾਣਾ, ਮੈਂ ਤਾਂ ਨਹੀਂ ਹੁਣ ਗਾਹਾਂ ਜਾਣਾ ਇੱਥੋਂ। ਕਹਿੰਦੇ, ਕਿਉਂ? ਕਹਿੰਦੇ, ਬਸ ਮੈਂ ਜਿਹਨੂੰ ਮਿਲਣਾ ਸੀ ਉਹ ਮੈਨੂੰ ਮਿਲ ਗਿਆ, ਹੁਣ ਮੈਂ ਕਿਸੇ ਦੇਵੀ ਦੇ ਚਾਲੇ ਨਹੀਂ ਜਾਣਾ, ਤੁਸੀਂ ਜਾਓ। ਉਹ ਕਹਿਣ ਲੱਗੇ, ਤੂੰ ਸਾਡਾ ਮੁਖੀ ਆ, ਸਾਡੇ ਨਾਲ ਚੱਲ। ਕਹਿੰਦਾ, ਮੈਂ ਹੁਣ ਨਹੀਂ ਜਾ ਸਕਦਾ, ਬਸ ਸਮਾਪਤੀ ਇੱਥੇ ਮੇਰੀ। ਤਾਂ ਉਹ ਜਥਾ ਅੱਗੇ ਚਲਿਆ ਗਿਆ। ਲਹਿਣਾ ਜੀ ਘਰ ਆਏ। ਘਰੇ ਆ ਕੇ ਪਰਿਵਾਰ ਨੂੰ ਦੱਸਿਆ ਸਭ ਕੁਝ। ਤੇ ਘਰੋਂ ਕਹਿੰਦੇ 20 ਸੇਰ ਪੱਕਾ ਨੂਨ ਸਿਰ ਤੇ ਰੱਖ ਕੇ ਗੁਰੂ ਘਰ ਵੱਲ ਚੱਲ ਪਏ। ਤੇ ਫਿਰ ਸਦਾ ਲਈ ਗੁਰੂ ਦੇ ਹੋ ਗਏ ਤੇ ਗੁਰੂ ਦਾ ਰੂਪ ਹੀ ਹੋ ਗਏ। ਪ੍ਰੀਤਮ ਜੀ ਕਹਿੰਦੇ, ਜਿਨ੍ਹਾਂ ਦੇ ਖਜ਼ਾਨੇ, ਜਿਨ੍ਹਾਂ ਦੇ ਹਿਰਦੈ ਰੂਪੀ ਪੋਤੇ ਪੋਟਲੀ ਵਿੱਚ ਚੰਗੇ ਕਰਮ ਹਨ, ਉਹਨਾਂ ਨੂੰ ਗੁਰੂ ਦੀ ਸਤਸੰਗਤ ਮਿਲਦੀ ਹੈ। ਭਾਈ ਰੇ ਗੁਰਮਤਿ ਸਾਚ ਰਹਾਓ, ਆਓ ਅਸੀਂ ਵੀ ਆਪਣੇ ਸੰਸਕਾਰ ਚੰਗੇ ਬਣਾਈਏ, ਆਪਣੇ ਜੀਵਨ ਨੂੰ ਚੰਗਾ ਬਣਾਈਏ, ਤਾਂ ਕਿ ਸਾਡਾ ਵੀ ਉਹ ਸਮਾਂ ਜਦ ਆਵੇ ਤੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਪ੍ਰੀਤਮ ਜੀ ਕਹਿੰਦੇ, ਗੁਰਮਤਿ ਵਿੱਚ ਰਹੋ, ਸਾਚੋ ਸਾਚ ਕਮਾਵਨਾ, ਸਾਚਾ ਸ਼ਬਦ ਮਿਲਾਓ, ਹਮੇਸ਼ਾ ਸੱਚ ਨਾਲ ਜੁੜ ਰਹੋ। ਇਹ ਸੱਚਾ ਸ਼ਬਦ ਹੀ ਤੁਹਾਨੂੰ ਸੱਚੇ ਨਾਲ ਮਿਲਾ ਸਕਦਾ ਹੈ, ਮਿਲਾਉਣ ਯੋਗ ਹੈ। ਰਹਾਓ ਜਿਨੀ ਨਾਮ ਪਛਾਣਿਆ, ਤਿੰਨ ਵਿਟੋਂ ਬਲ ਜਾਓ। ਜਿਨ੍ਹਾਂ ਨੇ ਇਸ ਨਾਮ ਨੂੰ ਪਛਾਣ ਲਿਆ, ਸਿਆਣ ਲਿਆ, ਜਿਨ੍ਹਾਂ ਨੂੰ ਸੋਝੀ ਆ ਗਈ, ਜਿਨ੍ਹਾਂ ਨੂੰ ਸਮਝ ਆ ਗਈ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਮੈਂ ਵੀ ਉਹਨਾਂ ਤੋਂ ਬਲਿਹਾਰੇ ਜਾਣਾ ਜਿਨ੍ਹਾਂ ਨੂੰ ਪਤਾ ਲੱਗਿਆ ਕਿ ਸ਼ਬਦ ਕੀ ਹੈ। ਜੇ ਸ਼ਬਦ ਤੋਂ ਦੁਨੀਆ ਬਣੀ ਆ, ਉਹ ਕਿਹੜਾ ਸ਼ਬਦ ਹੈ? ਸ਼ਬਦ ਹੈ ਧਰਤੀ, ਸ਼ਬਦ ਆਕਾਸ਼, ਸ਼ਬਦ ਹੈ ਸ਼ਬਦ ਭਇਓ ਪ੍ਰਕਾਸ਼। ਸਗਲ ਸਮਗਰੀ ਸ਼ਬਦ ਕੇ ਪਾਛੈ, ਨਾਨਕ ਸ਼ਬਦ ਘਟੈ ਘਟ ਆਛੈ। ਜਿਨ੍ਹਾਂ ਦੇ ਅੰਦਰ ਉਹ ਸ਼ਬਦ ਦਾ ਵਾਸਾ, ਉਹ ਕੈਸੇ ਹਨ? ਸ਼ਬਦ ਕੈਸਾ ਹੈ? ਧੰਨ ਗੁਰੂ ਅਮਰਦਾਸ ਜੀ ਕਹਿੰਦੇ, ਜਿਨ੍ਹਾਂ ਨੂੰ ਸ਼ਬਦ ਦੇ ਨਾਲ ਮਿਲਾਪ ਹੋ ਗਿਆ, ਮੈਂ ਵੀ ਉਹਨਾਂ ਤੋਂ ਬਲਿਹਾਰੇ ਜਾਂਦਾ। ਆਪ ਛੋੜ ਚਰਨੀ ਲੱਗਾ, ਚੱਲਾਂ ਤਿਨ ਕਹਿ ਪਾਏ। ਫਿਰ ਮੈਂ ਆਪਣਾ ਹੰਕਾਰ ਛੱਡ ਕੇ ਉਹਨਾਂ ਦੇ ਮੁਤਾਬਕ ਚੱਲਾਂ। ਗੁਰੂ ਅਮਰਦਾਸ ਮਹਾਰਾਜ ਜੀ ਜਦ ਇਹਨਾਂ ਦੇ ਕੰਨ ਵਿੱਚ ਬਾਣੀ ਪਈ ਬੀਬੀ ਅਮਰੋ ਦੇ ਮੁਖ ਚੋਂ, ਤਾਂ ਇਹਨਾਂ ਨੂੰ ਵੀ ਬੜਾ ਰਸ ਆਇਆ। ਔਰ ਜਦ ਸਤਿਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਬੀਬੀ ਅਮਰੋ ਦੇ ਨਾਲ,
फिर उन्होंने दे बचन उन्हों दियां विचारां सुन के फिर गुरु अमरदास जी भी गुरु नानक दे हो गए। को सतनाम श्री गुरु अंगद देव जी दे कोल ही रहन लगे और अपनी उस अवस्था नूं दसदे है जिन्हों शब्द की समझ आ गई। मैं उन्हां तो बलिहारे जावां चलना तिनके भाए, जिवें वो कहते हैं हुण उवें चलना। अमरदास जी ने गुरु लहरा जी ने गुरु अंगद देव महाराज जी ने बाबे नानक जी की गल मनी, जिवें उन्होंने कहा उन्होंने मुताबक चलना शुरू किया। उन्होंने मुताबक चल के उन्होंने हर गल नूं सत मन के कुछ भी कहा बाबे नानक ने A to Z। बस लहरा जी ने तो परन ही कर लिया सीगा कि बाबा जो कहे वो सत ही सत है, आप अगों उलटाउणा नहीं भी है ठीक नहीं। को सतनाम अपनी मत नहीं वरतनी। चाहे उन्होंने कहा कि दरख्तां दे लड्डू लगे पे आ, जिमें एक दिन संगत आई दोपहरे जी पिछले पहर बहुत संगत आई तो लंगर जिहड़ा मस्त हो गया। तो लहरा जी बैठे बैठे कहन लगे महाराज नवी संगत आई है, इन्हों भुख भख लगी होनी है, की शिकाई है, लंगर तो हम शाम को बनना। तो बाबा नानक जी अपनी मस्ती च बैठे किक्कर दे हेठां धर्मशाला च बैठे बैठे कहते इन्हों लड्डू छका दिओ। को सतनाम महाराज लड्डू कित्थे आ? कहते आ देखो किन्ने लगे पे, किक्कर नूं फुल लगे हुए सी। या श्री चंद किक्कर नूं हिला दे लड्डू डिग पैणगे। बाबा श्री चंद जी कहते बापू जी छड्डो खैड़ा, कदे दरख्तां नूं मठियाई लगी आ। एक सिख नूं होर के उन्हें भी इदां ही कह दिता तो फिर लैण कह जा पुत्र तू हिला के आ, ये लड्डू डिग पैणगे, संगतां खा लैणगी। लैणा जी उठ के तुर पे दरख्त वल। कहते श्री चंद जी ने उन्होंने चोला फड़ के रोक लिया। कहते कमले होयो बेइज्जती हो जाऊगी कि एक तो लड्डू जे ना डिगे। कहते मैनू की इज्जत बेइज्जती का सवाल बाबे नानक नूं है, आपां नूं तां किक्कर हिलाउण नूं कहा। को सतनाम लड्डू डिगदे आए तो गुरु की महिमा नहीं डिगदे तो उसे नूं लाज है, सानू की। उन्हां तो चोला छुड़ा के किक्कर कोल पहुँच गए। जदों किक्कर ते चढ़ गए तो सिखां नूं हुक्म होया कि थल्ले चादरां विछा लो, गंदे हो जाणगे। तो शरधा वालियां ने चक के थल्ले कपड़े चादरां भलियां आदि विछा दित्तियां। ते लहरा जी ने कहने किक्कर जद हलाई तो वाकया वो फुल जिहड़े सी लड्डू बन बन के डिगण लगे। को सतनाम सी गुरद्वारा मठियाई सर हजे भी है। सो इस तरह जिन्हां ने गुरु के अनुसार चलना किया, चल सतगुर भाए, कदे भी यह शंका नहीं करना भी गुरु ने यह गल क्यों कही, ये ठीक नहीं है, साड़ी मत थोड़ी है, उहदी मत वड्डी है, उन्हें पता नहीं किहड़े पॉइंट ते जाके गल कीती है, किहड़े विषय ते कीती है। साड़ी मत कुछ होर सोचदी है, उन्हां दी मत बहुत वड्डी है, तू समर्थ वड्डा मेरी मत थोड़ी। राम चौथे पातशाह भी ये कहंदे आ। तो इस करके सतगुरु पातशाह तीजे महाराज कहन लगे गुरु अमरदास जी कहते जिन्नी ना पछाणिया तिन्ना बिटों बन जाओ, आप छोड़ चरनी लगा। आप छड्डना किवें है? अपनी बुद्धि नूं त्याग के, अपनी मत नूं त्याग के, अपनी सोचन शक्ति नूं छड्ड के, अपने हंकार नूं छड्ड के मैं उन्हां दे पैरी पै जावां। चलना तिनकै भाए, तो जिवें वो कहन फिर उवें चलना। ये साडे वास्ते भी है। परथाए साखी महापुरख बोलदे सांझी सगल जहान है। अगे प्रीतम जी कहते लाहा हर हर नाम मिलै, सहजे नाम समाए। जे गुरु के अनुसार चलांगे तो फिर इस जपे हुए नाम का फायदा भी मिलेगा, क्योंकि जीवन दे विच जीवन भी होना चाहिए है। पूछता है वैद खात औखद न संजम से, वैद्यां नूं पुछदा फिरदा है बीमारी की किहड़ी दवाई है, बीमारी की किहड़ी दवाई है, वैद दसी जाते आ, ये दवाइयां लैके आले च रखी जाता है। कोई सतनाम सी खांदा तो है ही नहीं गा।
और खांदा तो फिर रहत नहीं रखता, मर्यादा नहीं रखता, परहेज नहीं रखता दवाई मुताबक। पूछत है बैत खाते औखद न संजम से, कहो कैसे रोग को गवाई है, बीमारी किमें हटूगी। कहते कर्म दुहागन है कि पूछता है सुहागन को। सुहागना दियां गल्लां तां करदा, सुहागना नाल गलबात तां करदा, पर काम इहदे आप दे सुहागना वाले है नहीं गे। सुहागन तो भाव गुरमुख, गुरमुखां दी संगत भी करदा, गुरमुखां दी गल भी सुनदा है, पर अपना जीवन तां बदलदा नहीं। फिर दसो कहो कैसे सेहजा सुहाई है, फिर बालक की सेज ते किवें जा सकता है जीव इस्त्री, जिन्ना चिर अपना जीवन नहीं बदलता। कहो सतनाम श्री। पूछत है पगता है धारे न पग, रस्ता पुछ लैंदा वो ते तुरदा है नहीं गा। फिर किवें प्रीतम के देश कैसे बातन से जाई है, उस मालक के देश है गल्लां बातां हो जाएगी, वो तुरना पऊगा। जे फौजी चक्कर दे आले दुआले ही घूमदे फिरीए, चौंक दे विच ही घूमदे फिरीए, सड़कां तां उत्थे चार है, एक बरनाले नूं जांदी है, एक मलोट नूं जांदी है, एक इधर नूं जांदी है मानसा कनी नूं, एक बाजार बठिंडे नूं जांदी है। बई जेड़े पासे तू जाना वो रास्ते ते चलना कर, जे तू चौक च ही घूमी गया तो किते नहीं पहुंचेगा। कहो सतनाम श्री। रास्ता पुछदा पर उते चलदा नहीं। प्रीतम के देश कैसे बातन सो जाई है, सिखा गुरु वाला बन जा। भावनी भगत होए कौडी अगर भाग राखै। कौडी पहला कौडियां नाल हिसाब किताब चलदा सी लैन देन दा, अज कल रुपये हैं। कहते कौडियां नूं गुरु के चरणों विच भी रख देवे तो गुरु खजाने दे सकता है। भावनी भगत होए कौडी अगर भाग रखै, तो फिर सतगुरु बेअंत दाता दे सकता है। तो दूसरा अर्थ कौडी का हुण आपां कर लईए सिमरन मुताबक, साडियां दोने अखां कौडियां वर्गियां। कहो सतनाम श्री। तुसीं कौडी देखे हो, कौडी दे जेड़े पासे मूँह है लकीर जी बनी है, उस पासे देखोगे तो तुहाडी अख दा बाहरली साइड है जिहड़ी वो कौडी वर्गी हुई है। इह च अध्यात्म गुझा भेद भी है। कहते भावना भगती प्रेम के नाल इन्हां नेत्रां नूं अगर भाग सवासां ते रख लवे जे, ते सतगुरु पातशाह जी किन्नियां दातां दे सकदा, फिर कोई अंत नहीं है। आप सवारे मैं मिलै, मैं मिलिया सुख होए फरीदा, जे तू मेरा होए रहे सब जग तेरा होए। भावनी भगत होए कौडी अगर भाग राखै, सतगुरु ताहे सर्व निधान दान देत है। कौडी बदले सारे खजाने दे सकता है। इत्थे प्रेम भावना की गल है, इत्थे हिसाब किताब की गल नहीं हैगी। को सतनाम श्री। कोई लखा रख देवे शायद गुरु खुश ना होवे, क्योंकि हो सकता ठगी मार के लियाया होवे। दसा नौहां की किरत का एक पैसा भी गुरु प्रवान करता, मेहनत की कमाई नूं प्रवान करता है। इस करके भावनी भगत होए कौडी अगर भाग रखै, सतगुरु ताहे सर्व निधान दान देता है। निधान का मतलब है खजाने, सारे खजाने सिख नूं दे सकता है। जिवें भाई गोपाला जी तो प्रेम भावना नाल जपजी साहब का पाठ सुनिया, तो गुरु साहब गुरता गद्दी दे के सृष्टि का मालक ही बनाउण लगे सी। को सतनाम श्री। वो तो उन्हें घोड़ा मंग लिया, इन्ने च ही सार लिया। तो इस करके पातशाह जी कहते लाहा हर हर नाम मिले, सहजे नाम समाए। फिर नाम जपन का लाहा मिलेगा जे भावनी भगत होए कौडी अगर भाग राखै। जे इन्हां नेत्रां नूं सवासां ते रोक के नाम जपना शुरू करे। त्रै गुण माया मोह है, गुरमुख चौथा पद पाए।
पर इस गल की समझ गुरु बिना नहीं आउंदी। बिन गुर महल न पाईऐ, नाम न प्राप्त होए। महल परमेश्वर का घर, सो दा तेरा केहा, सो घर केहा, जित वह सर्ब संभाले। वाजे तेरे नाल अनेक असंख्या, केते तेरे बावन हारे। ओ महल, ओ घर जिथे बाजे बजते हैं, जिथे पता नहीं किन्ने बजाउण वाले बैठे हैं, किन्ने तरह के बाजे बजते हैं, उस दर घर नूं गुरु की आग्या तो बिना नहीं प्राप्त किया जा सकता। को सतनाम श्री। बिन गुर महल न पाईऐ, नाम न प्राप्त होए। गुरु की किरपा नाल ही नाम की प्राप्ति होनी है। गुरु की किरपा नाल ही परमेश्वर का घर प्राप्त होना। पातशाह जी कहते, कोई जन हर स्यों देवै जोर, कोई मैनू हरि दे नाल जोड़ देवे। चरण गहों बकों सुभ रसना, दीजै प्राण अकोर। मैनू मालक नाल मिला देवे, मैं उन्होंने प्राणा की भेंट दे देवांगा। इस घर मैं घर दिखाए दे, सो सतगुर पुरख सुजान, मैं उन्होंने गुरु मनांगा। ਜਿਹੜਾ ਮੈਨੂੰ ਮੇਰੇ ਇਸ ਘਰ ਚੋਂ ਮੇਰਾ ਅਸਲੀ ਘਰ ਦਿਖਾ ਦੇਵੇ। ਜਿਵੇਂ ਘਰ ਦੇ ਵਿੱਚ ਕਈ ਕਮਰੇ ਬਣਾਏ ਹੁੰਦੇ ਆ, ਫਿਰ ਸਾਰੇ ਅੱਡੋ ਅੱਡ ਵੰਡ ਲੈਂਦੇ ਆ। ਇੱਥੇ ਬੱਚੇ ਸੌਣਗੇ, ਇੱਥੇ ਫਲਾਣੇ ਦਾ ਘਰ ਹੈ, ਫਲਾਣੇ ਦਾ ਕਮਰਾ ਹੈ। ਸਾਡੇ ਸਰੀਰ 'ਚ 72 ਘਰ ਹੈ। ਉਹਨਾਂ 72 ਘਰਾਂ ਵਿੱਚੋਂ ਆਪਣਾ ਘਰ ਕਿਹੜਾ ਹੈ, ਆਪਣੀ ਬੈਠਕ ਕਿਹੜੀ ਹੈ ਜਿੱਥੇ ਆਰਾਮ ਕਰਨਾ। ਸਰੀਰ ਦੇ ਵਿੱਚ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦੇ ਜੂੜੇ ਤੱਕ 72 ਘਰ ਹੈ ਇਹਦੇ ਵਿੱਚ। इन्हां विचों अपना घर किहड़ा, ये तो गुरु ही दसूगा भी तू इत्थे बैठिया कर, जदों समा लगे आराम करिया कर इत्थे बह के। घर मैं घर दिखाए दे, सो सतगुर पुरख सुजान। उथों दे बारे लक्षण दसे आ संतां ने। पंज शब्द तुन घार धुन, उत्थे 5 तरह के बाजे बजदे आ, धुनां पैंदियां, धुनकारां पैंदियां। 5 शब्द धुनकार धुन तै बाजे, 7 शब्द निशान। उत्थे अनहद बाजे बजदे आ। मैनूं दस्सिया किसी ने, मैनूं कोई वो घर विखा देवे तो मैं उसका सेवक बनन नूं तैयार हाँ। आप छोड़ चानी लगा चला तिनकै भाए, लाहा हर हर नाम मिलै, सहजे नाम समाए। जे कोई गुरमत अनुसार चले उन्होंने लाहा भी मिलूगा, हौली हौली परमेश्वर विच भी मिलूगा। पर शर्त है, बिन गुर महल न पाईऐ, नाम न प्राप्त होए। गुरु तो बगैर मालक की प्राप्ति नहीं होनी। ताते ऐसा सतगुर लोड़ लहो, जेतो पाईऐ सच सोए। ऐसे गुरु नूं लभ लईए जिस तो ਉਹ सच की आवाज़ नूं सुनिया जा सके। असी उस गुरु नूं लभ लईए ਜਿਹਦੇ ਕੋਲੋਂ सच की आवाज़ आ रही आ। ਤੇ ਉਹ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਹੈ। ਕਿਸੇ ਵੇਲੇ ਸੰਸਾਰ ਨੂੰ ਬੜੀ ਭਟਕਣਾ ਸੀ, ਗੁਰੂ ਲੱਭਦਾ ਨਹੀਂ ਸੀ। ਇੱਕ ਵਾਰੀ ਇੱਕ ਰਾਜਾ ਚੱਲ ਪਿਆ, ਘਰ-ਬਾਰ ਤਿਆਗ ਕੇ ਮੈਂ ਵੀ ਪਰਮੇਸ਼ਰ ਨੂੰ ਪਾਵਾਂ, ਕਿਸੇ ਨੂੰ ਗੁਰੂ ਧਾਰਨ ਕਰਾਂ। ਤੇ ਚੱਲ ਪਿਆ, ਕਹਿੰਦੇ ਜਿਹੜਾ ਪਹਿਲਾ ਮਨੁੱਖ ਮਿਲ ਗਿਆ ਉਸੇ ਨੂੰ ਹੀ ਗੁਰੂ ਬਣਾ ਲਾਂਗੇ। ਤੁਰ ਪਿਆ, जेब दे विच एक लाल लै लिया भेटा करने वास्ते। गुरु मिलेगा उन्होंने ये लाल भेंट कर देंगा। हुण किसी चोर नूं भिड़क पै गई, ठग नूं भिड़क पै गई, वो भी मगर चल पिया भी राजा गुरु भालदा है ते भेटा विच लाल देऊगा। इहदे कोले लाल है, जंगलां नूं चले आ, जदों ये सौ गया तो खोह लैना। पर राजा बड़ा अलर्ट है, सौंदा ही नहीं। कहना जिन्ना चिर गुरु नहीं मिलता मैं लाल दे ना देवां उन्ना चिर सौना नहीं। जदों इस गल का ठग नूं पता लग्या तो वह सामने आ गया। राजा भज के पैरी पै गया, महाराज महाराज नमस्कार। वो कहना नमस्कार तो ठीक आ, किवें आ? कहना जी मेरे गुरु बनो, मैनू कोई उपदेश दिओ, मैं तुहानूं गुरु धारण करना। ठग ने सोचा तो वधिया गल हो गई, यार गुरु तो मैं तेरा बन जाऊँगा, तो मैनू देगा की? कहना जी मैं लाल भेंट करूँगा पर मैनू गुरु गुरमत दिओ। कह लग्या ठीक है, पहला मत्था टेक। हुणे लाल कढ़ के मत्था टेकता।
मत्था टेकण तो बाद वो ठग कहन लग्या भी इदां करी हुण इत्थे बह जा चौंकड़ा मार के, ते जिन्ना चिर मैं ना आवां मुड़ के उन्ना चिर उठना नहीं है इत्थों। को सतनाम सी। कहना जी ठीक है सत बचन। कहंदी वो ठग उस नूं उत्थे बिठा गया ते लाल लैके टिभ गया, चलिया गया, मुड़ के मुड़िया ही नहीं गा। राजा भी उत्थों उठिया नहीं गा, उन्हें जिद कर ली मेरे गुरु कह के गया मैं इत्थों उठना नहीं गा। काफी समा बतीत हो गया, राजे की भावना श्रद्धा वेख के परमेश्वर का आसन हल गया। को सतनाम सी। मई ਇਹਦਾ भरोसा कर गया, पर वह ठग सी, चोर सीगा। परमेश्वर ने दर्शन दिते, कहने चल भाई राजिया तेरी भगती पूरी होगी, चल अपने देश चली। वो कहता भी तू कौन है? कहता मैं ही रामा जी नूं पाउण वास्ते बैठा। कहते ना मैं नहीं तैनूं जानदा, मेरा गुरु दसूगा फिर मैं तेरे नाल जाऊँगा। वो चोर ने मुड़ के की आना सी, वो तो आया ही ना। कहने परमेश्वर नूं वक्त पै गया, मुड़ के वो ठग नूं लभण गया ते लभ के उस नूं मिल के कहना वो जिन्हों बिठा के उन्होंने उठाता आ जंगलों चो, उत्थे बैठा हो। कहना किनू? कई साल बतीत कराते इन्हें। कहते वो राजन जी का लाल लैके आया तू। फिर वो नाल आया, नाल आउण तो बाद फिर कहन लगे उठ पई राजा साहब तेरी भगती पूरी हो गई, इहो ही परमेश्वर है, जा इन्हां नाल। वो कहना मैं कल्ला नहीं जाता जी, मेरे गुरु नूं भी लैके चलो। परमेश्वर कहने छड्ड खैड़ा, ये तो चोर है, इन्हें कदे भगती नहीं की, ठग है, तू चल मेरे नाल। कहना तुहाडे वास्ते ठग होऊगा, पर मैनूं तां इहदी किरपा नाल तुसीं मिले हो। तो कई बारी इहो जिहे ठगां दा उधार चंगे चेले भी करवा जाते हैं, पर ज़्यादातर दुनिया में पखंडबाजी है, सच्चा सतगुर लभदा नहीं। को सतनाम सी। इस करके ऐसा सतगुर लोड़ लहो, हुण ऐसा गुरु लभीए जिदों पाईए सच सोए, जिसनों मिल के परमेश्वर मिल जावे। असर संघारे सुख वसै, ਜਿਹੜਾ ਸਾਡੇ ਅੰਦਰਲੇ ਜਮਾਂ ਨੂੰ ਖਤਮ ਕਰ ਦੇਵੇ, ਅਸੁਰ ਦੈਂਤ, ਉਹਨਾਂ ਦੈਂਤਾਂ ਨੂੰ ਜਿਹੜਾ ਖਤਮ ਕਰ ਦੇਵੇ ਸਾਡੇ ਅੰਦਰੋਂ, ਤੇ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਹੋ ਜਾਵੇ। ਤਿਸ ਭਾਵੈ ਸੋ ਹੋਏ, ਮੈਂ ਉਹਦੇ ਚਰਨੀ ਲੱਗਾ, ਜਿਵੇਂ ਉਹ ਕਰੇ ਫਿਰ ਉਵੇਂ ਠੀਕ ਹੈ। ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ। ਫਿਰ ਅੱਗੇ ਪਾਤਸ਼ਾਹ ਕਹਿੰਦੇ ਸਿੱਖੋ, ਜਿਹੋ ਜੀ ਤੁਹਾਡੀ ਗੁਰੂ ਤੇ ਭਾਵਨਾ ਹੋਵੇਗੀ, ਤੁਹਾਨੂੰ ਉਹੋ ਜਿਹਾ ਸੁਖ ਪ੍ਰਾਪਤ ਹੋਵੇਗਾ। ਜਿਹੋ ਜਿਹਾ ਅਸੀਂ ਗੁਰੂ ਨੂੰ ਮੰਨਾਂਗੇ, ਭਾਵ ਕਿਸੇ ਨੇ ਬਾਬੇ ਨਾਨਕ ਨੂੰ ਕੁਛ ਕਿਹਾ, ਕਿਸੇ ਨੇ ਕੁਛ ਕਿਹਾ, ਕੋਈ ਆਖੇ ਭੂਤਨਾ, ਕੋਈ ਕਹੇ ਬਿਤਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ ਹੋਂ ਭਇਆ ਦੀਵਾਨਾ, ਸ਼ਾਹ ਕਾ ਨਾਨਕ ਬੌਰਾਨਾ। ਇੱਕ ਦਿਨ ਭਾਈ ਬਾਲਾ ਤੇ ਸਤਿਗੁਰੂ ਅੰਗਦ ਦੇਵ ਜੀ ਇਕੱਠੇ ਬੈਠੇ ਆ। ਜਦੋਂ ਜਨਮ ਸਾਖੀ ਲਿਖੀ ਜਾ ਰਹੀ ਆ, ਗੱਲਾਂ ਬਾਤਾਂ ਚੱਲੀਆਂ, ਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਅਸੀਂ ਵੀ ਬਚਪਨ ਤੋਂ ਬਾਬੇ ਦੇ ਨਾਨਕੀ ਸੀ, ਨਾਲ ਹੀ ਸੀਗੇ, ਤੇ ਤੁਸੀਂ ਤਾਂ ਪਿਛਲੇ ਪਹਿਰੇ ਜੇ ਆਏ, ਇਹ ਕੀ ਗੱਲ? ਤੁਹਾਨੂੰ ਉਹਨਾਂ ਨੇ ਗੁਰਤਾ ਗੱਦੀ ਦੇ ਦਿੱਤੀ ਤੇ ਸਾਨੂੰ ਇੱਕ ਸਿੱਖ ਰੱਖਿਆ, ਸੰਤ ਰੱਖਿਆ। ਗੁਰੂ ਅੰਗਦ ਦੇਵ ਜੀ ਕਹਿੰਦੇ ਬਾਲਾ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਕੀ ਸਮਝਦੇ ਸੀਗੇ? ਉਹ ਕਹਿੰਦੀ ਅਸੀਂ ਉਹਨਾਂ ਨੂੰ ਇੱਕ ਮਹਾਂਪੁਰਸ਼ ਸਮਝਦੇ ਸੀਗੇ, ਸੰਤ ਸਮਝਦੇ ਸੀਗੇ, ਦੁਨੀਆ ਦਾ ਬੜਾ ਉਧਾਰ ਕਰਨ ਵਾਲੇ। ਤੇ ਲਹਿਣਾ ਜੀ ਕਹਿਣ ਲੱਗੇ, ਗੁਰੂ ਅੰਗਦ ਜੀ ਕਹਿੰਦੇ ਮੈਂ ਉਹਨਾਂ ਨੂੰ ਪਰਮੇਸ਼ਰ ਜਾਣਿਆ ਸੀ। ਕੋ ਸਤਨਾਮ ਸੀ। ਤੁਸੀਂ ਉਹਨਾਂ ਨੂੰ ਕੇਵਲ ਸੰਤ ਮੰਨਿਆ, ਮਹਾਂਪੁਰਸ਼ ਮੰਨਿਆ, ਉਹਨਾਂ ਨੇ ਤੁਹਾਨੂੰ ਮਹਾਂਪੁਰਸ਼ ਬਣਾ ਦਿੱਤਾ। ਮੈਂ ਉਹਨਾਂ ਨੂੰ ਰੱਬ ਮੰਨਿਆ ਸੀ, ਉਹਨਾਂ ਨੇ ਮੈਨੂੰ ਰੱਬ ਹੀ ਬਣਾ ਦਿੱਤਾ। ਉਹ ਸਤਨਾਮ ਸੀ। ਇਹ ਤਾਂ ਜਿਹੋ ਜਿਹਾ ਅਸੀਂ ਗੁਰੂ ਤੇ ਖਿਆਲ ਰੱਖਾਂਗੇ, ਗੁਰੂ ਸਾਨੂੰ ਉਹੋ ਜਿਹਾ ਬਣਾ ਦੂਗਾ। ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ, ਇਹ ਸਹਿਸਾ ਮੂਲੈ ਨਾਹੀ, ਭਾਉ ਲਾਏ ਜਨ ਕੋਏ। ਇਹਦੇ ਵਿੱਚ ਕੋਈ ਦੂਜੀ ਸ਼ਰਤ ਨਹੀਂ ਹੈ, ਦਵੈਤ ਨਹੀਂ ਹੈ, ਕੋਈ ਸ਼ੰਕਾ ਨਹੀਂ ਹੈ। ਕੋਈ ਪ੍ਰੇਮ ਕਰਕੇ ਦੇਖ ਲਓ, ਜਿਹੋ ਜਿਹਾ ਕਰੋਗੇ ਗੁਰੂ ਉਹੋ ਜਿਹਾ ਬਣ ਕੇ ਮਿਲੂਗਾ ਤੁਹਾਨੂੰ। ਉਹ ਸਤਨਾਮ ਸ੍ਰੀ। ਜਿਹੋ ਜਿਹਾ ਤੁਹਾਡੇ ਖਿਆਲਾਂ ਵਿੱਚ ਗੁਰੂ ਬਾਰੇ ਪਿਆਰ ਹੋਵੇਗਾ, ਗੁਰੂ ਉਹੋ ਜਿਹਾ ਮਿਲ ਜੂਗਾ ਬਣ ਕੇ ਤੁਹਾਨੂੰ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਇਹ ਸਹਿਸਾ ਮੂਲੈ ਨਾਹੀ, ਭਾਉ ਲਾਏ ਜਨ ਕੋਏ। ਇਹਦੇ ਵਿੱਚ ਕੋਈ
दो रया नहीं, कोई शंका नहीं, द्वैत नहीं, कोई प्रेम करके देखो। एक जोत दोए मूर्ति शब्द मिलावा होए। गुरु ते परमेश्वर भावें दो स्वरूप हन, पर असल विचों इक्को ही है। जिहड़ा इत्थे गुरु है यही उत्थे रब भी है। को सतनाम सी। जिवें साईं मियाँ मीर ने शाहजहां नूं कहा सीगा, जद उहने गुस्सा किया कि साईं मीर जी तुसी गुरु हरगोबिंद साहब सिखां दे गुरु नूं, काफरां दे गुरु नूं अपने सिंघासन ते आसन ते क्यों बिठाया? तो साईं मियाँ मीर कहन लगे, राजा साहब ਜਿਹੜੇ ਸਾਨੂੰ ਜਾਣਦੇ ਉਹ ਤਾਂ ਨਮਸਕਾਰਾਂ ਕਰਦੇ ਆ ਨਾ, ਜਿਹੜੇ ਨਹੀਂ ਜਾਣਦੇ ਉਹ ਤੁਹਾਨੂੰ ਸਲਾਮ ਨਹੀਂ ਕਰਦੇ। ਕਹਿੰਦੇ ਹਾਂ, ਤੇ ਸਾਨੂੰ ਪਤਾ ਲੱਗ ਗਿਆ ਜਦੋਂ ਅਸੀਂ ਸਜਦੇ ਵਿੱਚ ਜਾਂਦੇ ਹਾਂ, ਸਿਮਰਨ ਵਿੱਚ ਬੈਠਦੇ ਹਾਂ, ਇਹ ਜਿਹੜੇ ਹਰਗੋਬਿੰਦ ਸਾਹਿਬ ਇੱਥੇ ਗੁਰੂ ਬਣ ਕੇ ਬੈਠੇ ਆ, ਇਹੀ ਦਰਗਾਹ ਵਿੱਚ ਪਰਮੇਸ਼ਰ ਹੈ। ਕੱਲ੍ਹ ਨੂੰ ਅਸੀਂ ਸਰੀਰ ਛੱਡ ਕੇ ਇਹਨਾਂ ਕੋਲ ਜਾਣਾ ਹੈ, ਫਿਰ ਅੱਜ ਅਸੀਂ ਇਹਨਾਂ ਦਾ ਇੱਥੇ ਸਤਿਕਾਰ ਕਿਉਂ ਨਾ ਕਰੀਏ? ਕੋ ਸਤਨਾਮ ਸ੍ਰੀ। ਇਸ ਕਰਕੇ ਜਿਹੋ ਜਿਹਾ ਕੋਈ ਗੁਰੂ ਨੂੰ ਸਮਝਦਾ ਹੈ, ਦੁਨੀਆ ਉਹੇ ਜੀ ਹੋ ਜਾਂਦੀ ਆ, ਗੁਰੂ ਉਹਨਾਂ ਨੂੰ ਉਹੇ ਜੇ ਬਣਾ ਦਿੰਦਾ ਹੈ। ਇਹ ਸਹਿਸਾ ਮੁੱਲ ਹੈ ਨਾਹੀ, ਭਾਉ ਲਾਏ ਜਨ ਕੋਏ, ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ। ਇਹ ਜਿਹੜਾ ਗੁਰੂ ਸ਼ਬਦ ਹੈ, ਜੀਵ ਆਤਮਾ ਨੂੰ ਪਰਮਾਤਮਾ ਨਾਲ ਮਨਾਉਣ ਵਿੱਚ ਸક્ષਮ ਹੈ, ਸਮਰੱਥ ਹੈ, ਸਰਬ ਕਲਾ ਸਮਰੱਥ ਹੈ। ਤਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਪੰਜਾਂ ਪਿਆਰਿਆਂ ਤੋਂ ਅਮਰ ਦੀ ਦਾਤ ਪ੍ਰਾਪਤ ਕਰੀਏ, ਤੇ ਰਹਿੰਦਾ ਜੀਵਨ ਗੁਰੂ ਗੁਰੂ ਕਰਕੇ ਬਤੀਤ ਕਰੀਏ, ਤੇ ਅਖੀਰ ਗੁਰੂ ਨਾਨਕ ਦੇ ਵਿੱਚ, ਪਰਮੇਸ਼ਰ ਰੂਪ ਗੁਰੂ ਨਾਨਕ ਦੇ ਵਿੱਚ ਮਿਲ ਕੇ ਆਪਣਾ ਆਉਣਾ ਜਾਣਾ ਕੱਟ ਸਕਦੇ ਹਾਂ। ਇਹ ਸੀ ਅੱਜ ਦੇ ਸ਼ਬਦ ਦੇ ਵਿਚਾਰ। ਅਗਲੇ ਸ਼ਬਦ ਦੇ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।